ਅੱਗੇ ਪੜ੍ਹਦੇ ਹਾਂ ਜੀ। ਅਸੀਂ ਰਿਗਵੈਦਿਕ ਪੀਪਲ ਜਿਹੜੇ ਸੀਗੇ ਆਰੀਅਨ ਸੀ, ਉਹਨਾਂ ਬਾਰੇ ਵਿਚਾਰ ਚਰਚਾ ਕਰ ਰਹੇ ਸੀ। ਅੱਜ ਪੜ੍ਹਦੇ ਹਾਂ ਉਹਨਾਂ ਦੀ ਰਾਜਨੀਤਿਕ ਸੰਸਥਾ ਪੋਲੀਟੀਕਲ ਯੂਨਿਟਸ, ਪੋਲੀਟੀਕਲ ਆਰਗੇਨਾਈਜੇਸ਼ਨਸ ਕਿਸ ਤਰ੍ਹਾਂ ਦੀਆਂ ਸੀਗੀਆਂ, ਕਿਸ ਤਰ੍ਹਾਂ ਦਾ ਰਾਜ ਹੁੰਦਾ ਸੀ, ਕਿਸ ਤਰ੍ਹਾਂ ਦੇ ਪਿੰਡ, ਕਿਸ ਤਰ੍ਹਾਂ ਦੇ ਫੈਮਿਲੀ ਸਟਰਕਚਰ ਵਗੈਰਾ। ਇਸ ਸਮੇਂ ਕਈ ਵੱਡੇ ਵੱਡੇ ਰਾਜ ਸਥਾਪਿਤ ਹੋ ਗਏ ਸਨ। ਪਹਿਲਾਂ ਅਸੀਂ ਦੇਖਿਆ ਕਿ ਛੋਟੇ ਰਾਜ ਸੀ, ਹੁਣ ਇਹ ਛੋਟੇ ਰਾਜ ਆਪਸ 'ਚ ਮਿਲ ਕੇ ਵੱਡੇ ਵੱਡੇ ਰਾਜ ਸਥਾਪਿਤ ਹੋਣ ਲੱਗ ਗਏ ਸੀ। ਵੱਡੇ ਵੱਡੇ ਰਾਜ, ਕਈ ਜਨ ਜਾਂ ਕਬੀਲੇ ਇਹ ਮਿਲ ਕੇ ਜਨਪਦ ਜਾਂ ਰਾਸ਼ਟਰ ਦਾ ਨਿਰਮਾਣ ਕਰਦੇ ਸਨ। ਜਨਪਦ, ਕਈ ਜਨ ਜਾਂ ਕਬੀਲਿਆਂ ਨੇ ਮਿਲ ਕੇ ਜਨਪਦ ਜਾਂ ਰਾਸ਼ਟਰ ਦਾ ਨਿਰਮਾਣ ਕੀਤਾ। ਰਾਸ਼ਟਰ ਹੁਣ ਥੋੜ੍ਹਾ ਵੱਡਾ ਇਹਨਾਂ ਦਾ ਆਪਣਾ ਦੇਸ਼ ਹੋ ਗਿਆ। ਇਹ ਵੀ ਯਾਦ ਰੱਖਿਓ ਕਿ ਇਹਨਾਂ ਦੇ ਜਿਹੜੇ ਦੇਸ਼ ਆ ਨਾ, ਅੱਜ ਦੇ ਟਾਈਮ ਦੇ ਦੇਸ਼ਾਂ ਦੇ ਬਰਾਬਰ ਨਹੀਂ ਸੀ। ਛੋਟੇ ਛੋਟੇ ਸੋ ਕਾਲਡ ਏਰੀਏ ਤੋਂ ਵੱਧ ਕੇ ਥੋੜ੍ਹਾ ਹੋਰ ਵੱਡੇ ਹੋ ਗਏ। ਪਰ ਜਿਸ ਤਰ੍ਹਾਂ ਬਾਅਦ ਵਿੱਚ ਮਗਧ ਜਾਂ ਆਪਣਾ ਮੌਰੀਅਨ ਅੰਪਾਇਰ ਵਗੈਰਾ ਆਉਂਦੇ ਆ ਨਾ, ਉਨੇ ਵੱਡੇ ਨਹੀਂ ਸੀ ਇਹ। ਫਿਰ ਵੀ ਵੱਡੇ ਵੱਡੇ ਸ਼ਹਿਰ ਹੁਣ ਬਣਨ ਲੱਗ ਗਏ। ਇਸ ਤਰ੍ਹਾਂ ਸੱਤਾਧਾਰੀਆਂ ਦੀ ਤਾਕਤ ਵੀ ਵਧੀ, ਇਹਨਾਂ ਦੀ ਪਾਵਰ ਵੀ ਵੱਧ ਗਈ। ਹੁਣ ਉਹਨਾਂ ਨੇ ਆਪਣੀ ਪਾਵਰ, ਆਪਣੀ ਤਾਕਤ ਰਾਜਿਆਂ ਨੇ ਦਿਖਾਉਣੀ ਸੀ। ਇਸ ਲਈ ਉਹ ਸੈਲੀਬ੍ਰੇਸ਼ਨ ਕਰਦੇ ਸੀ। ਸੈਲੀਬ੍ਰੇਸ਼ਨ ਦਾ ਮਤਲਬ ਕੁਛ ਨਾ ਕੁਛ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਕਿ ਆਪਣੀ ਪਾਵਰ ਦਾ ਮੁਜ਼ਾਹਰਾ ਹੋਵੇ। ਠੀਕ, ਜਨਤਾ ਵਿੱਚ ਆਪਣੀ ਵੈਲ ਵਿਸ਼ੇਸ ਕਾਇਮ ਰੱਖਣੀ। ਆਪਣੀ ਸਥਿਤੀ ਮਜ਼ਬੂਤ ਕਰਨ ਲਈ ਉਹ ਹੁਣ ਕਈ ਪ੍ਰਕਾਰ ਦੇ ਕਿਰਿਆਕਰਮ, ਜੱਗ ਤੇ ਬਲੀਦਾਨ ਵਗੈਰਾ ਕਰਵਾਉਂਦੇ ਸਨ। ਠੀਕ, ਰਿਚੁਅਲਸ, ਜੱਗ ਵਗੈਰਾ ਤੇ ਬਲੀਦਾਨ, ਸੈਕਰੀਫਾਈਸਸ। ਇਹ ਬਲੀਦਾਨ ਵੀ ਇੱਕ ਉਸ ਸਮੇਂ ਦੀ ਨਾ ਸੀਗੀ ਮਹੱਤਵਪੂਰਨ ਕਿਰਿਆ। ਜਿਹੜੇ ਆਪਣੇ ਪੁਰੋਹਿਤ ਵਗੈਰਾ ਸੀ, ਉਹ ਕੀ ਕਰਦੇ ਸੀਗੇ, ਤਾਂ ਜੱਗ ਵਗੈਰਾ ਕਰਾਉਂਦੇ ਸੀਗੇ। ਫਿਰ ਨਾਲ ਹੀ ਨਾ ਬਲੀਆਂ ਬੁਲੀਆਂ ਵੀ ਦਵਾਉਂਦੇ ਸੀ ਰਾਜੇ ਕੋਲੋਂ। ਬਲੀ ਪ੍ਰਥਾ ਉਸ ਵੇਲੇ ਸੀਗੀ, ਕਾਫੀ ਸੀ। ਤੇ ਇਹ ਜਿਹੜਾ ਸੈਕਰੀਫਾਈਸਸ ਆ ਨਾ, ਜਿਹੜਾ ਇਹ ਉਸ ਸਮੇਂ ਡੋਮੀਨੇਟ ਹੋ ਰਿਹਾ ਸੀਗਾ। ਬ੍ਰਾਹਮਣ ਕਾਫੀ ਬਲੀਆਂ ਦਵਾਉਂਦੇ ਸੀ। ਬ੍ਰਾਹਮਣ ਤਾਂ ਨਹੀਂ ਕਵਾਂਗੇ, ਪੁਰੋਹਿਤ, ਪੁਰੋਹਿਤ ਕਵਾਂਗੇ ਇੱਥੇ। ਠੀਕ ਹੈ, ਤੇ ਇਹ ਕਾਫੀ ਵੱਧ ਗਿਆ ਸੀ। ਰਾਜੇ ਇਸ ਤਰ੍ਹਾਂ ਦੇ ਜੱਗ ਵਗੈਰਾ ਕਰਦੇ ਸੀ ਤਾਂ ਇਹ ਜੱਗ ਹੋਰ ਵੱਧ ਗਏ ਸੀ, ਤਾਂ ਕਿ ਸਾਡੀ ਪਾਵਰ ਅਸੀਂ ਸ਼ੋਅ ਕਰੀਏ। ਤਾਂ ਇਹ ਵੱਡੀ ਸੈਲੀਬ੍ਰੇਸ਼ਨ ਦੇ ਦੌਰਾਨ ਨਾ ਕਾਫੀ ਗਿਫਟਾਂ ਦਾ ਆਦਾਨ ਪ੍ਰਦਾਨ ਹੁੰਦਾ ਸੀਗਾ। ਤੇ ਖਾਸ ਤੌਰ ਤੇ ਗਿਫਟ ਕਿਹਨੂੰ ਜਾਂਦੇ ਸੀ? ਪੁਜਾਰੀ ਵਰਗ ਨੂੰ। ਹੁਣ ਨਾ ਪੁਜਾਰੀ ਵਰਗ ਕਾਫੀ ਸਟਰੋਂਗ ਹੋ ਰਿਹਾ ਤੇ ਇਹ ਹੈਰੀਡੀਟਰੀ ਵੀ ਹੋ ਗਿਆ। ਪਹਿਲਾਂ ਤਾਂ ਚਲੋ ਜਿਹੜੇ ਪੂਜਾ ਕਰਦੇ ਸੀ ਉਹ ਪੁਜਾਰੀ ਹੁੰਦੇ ਸੀ। ਹੁਣ ਕੀ ਆ ਕਿ ਪੂਜਾ ਵੀ ਜਿਹੜੇ ਪੂਜਾ ਕਰਦੇ ਆ ਉਹ ਵੀ ਕੀ ਆ, ਇੱਕੋ ਹੀ ਪਰਿਵਾਰ ਦੇ ਬੰਦੇ ਹੋਣ ਲੱਗ ਗਏ। ਇਹ ਹੁਣ ਚੇਂਜਸ ਆਈਆਂ। ਹੁਣ ਕੀ ਆ, ਪ੍ਰੀਸਟ ਡੋਮੀਨੈਂਟ ਹੋ ਗਿਆ। ਠੀਕ ਹੈ ਜੀ। ਇਹਨਾਂ ਵਿੱਚ ਪ੍ਰਮੁੱਖ ਜੱਗ ਇਸ ਤਰ੍ਹਾਂ ਸਨ। ਹੁਣ ਕੁਝ ਜੱਗ ਦੇ ਨਾਂ ਦੇਖ ਲਈਏ। ਜੱਗ, ਠੀਕ, ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਆਹ ਵਾਲਾ ਜੱਗ ਕਿਹਦੇ ਨਾਲ ਸੰਬੰਧਿਤ ਸੀ, ਆਹ ਵਾਲਾ ਜੱਗ ਕਿਹਦੇ ਨਾਲ ਸੰਬੰਧਿਤ ਸੀ, ਹਨਾ। ਜੱਗ, ਯੱਗ ਕਰਨਾ। ਤੇ ਇੱਕ ਹੈ ਜੀ ਰਾਜਸੂਇਆ ਜੱਗ। ਰਾਜਸੂਇਆ ਜੱਗ ਪ੍ਰੋਸੈਸ ਤਾਂ ਸਾਰੇ ਜੱਗਾਂ ਵਿੱਚ ਲਗਭਗ ਸੇਮ ਜਿਹਾ ਸੀ। ਤੇ ਜਿਹੜਾ ਪੁਰੋਹਿਤ ਵਗੈਰਾ ਆ ਉਹ ਮੇਨ ਕਿਰਿਆਕਰਮ ਕਰਵਾਉਂਦਾ ਸੀ ਰਾਜੇ ਦੇ ਕੋਲੋਂ, ਤੇ ਰਾਜੇ ਕੋਲੋਂ ਕਾਫੀ ਗਿਫਟ ਵਗੈਰਾ ਵੀ ਲੈ ਲੈਂਦੇ ਸੀ। ਤੇ ਤੇ ਪੂਰਾ ਰਾਜੇ ਦਾ ਪਰਿਵਾਰ ਸ਼ਾਮਿਲ ਹੁੰਦਾ ਸੀਗਾ। ਤੇ ਪਰ ਨਾ ਇਹ ਤੁਸੀਂ ਯਾਦ ਰੱਖਿਓ ਕਿ ਅੱਗੇ ਜਾ ਕੇ ਨਾ ਇਹ ਜੱਗ ਵਗੈਰਾ ਇੰਨੇ ਵੱਧ ਗਏ ਤੇ ਪੰਡਤ ਵਗੈਰਾ ਵੀ ਨਾ, ਪੁਰੋਹਿਤ ਵਗੈਰਾ ਵੀ ਗਿਫਟ ਜ਼ਿਆਦਾ ਲੈਣ ਲੱਗ ਗਏ। ਫਿਰ ਨਾ ਆਰਥਿਕ ਤਾਣਾ ਬਾਣਾ ਥੋੜ੍ਹਾ ਸਹੀ ਨਹੀਂ ਹੋਇਆ। ਜਿਹੜੇ ਜਿਸ ਤਰ੍ਹਾਂ ਵੈਸ਼ ਗਰੁੱਪ ਸੀਗੇ, ਵਪਾਰੀ ਸੀਗੇ, ਜਾਂ ਹੋਰ ਵੀ ਸਮਾਜ ਦੇ ਗਰੁੱਪ ਸੀ, ਉਹ ਹੁਣ ਕਹਿੰਦੇ ਯਾਰ ਵੀ ਸਾਡਾ ਹੁਣ ਤਾਂ ਨੁਕਸਾਨ ਹੋ ਰਿਹਾ ਆ। ਤਾਂ ਇਹ ਸਭ ਗੱਲਾਂ ਕਰਕੇ ਹੀ ਬਾਅਦ ਵਿੱਚ ਫਿਰ ਦੂਸਰੇ ਸੰਪਰਦਾਵਾਂ ਜਿਸ ਤਰ੍ਹਾਂ ਜੈਨ, ਬੁੱਧ ਵਗੈਰਾ ਹੋਂਦ ਵਿੱਚ ਆਏ। ਇੱਥੇ ਇਹ ਵੀ ਗੱਲ ਸੀਗੀ ਕਿ ਜਦੋਂ ਜੱਗ ਹੁੰਦੇ ਸੀਗੇ, ਪਹਿਲਾਂ ਤਾਂ ਚਲੋ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸੀ ਪਰਮਾਤਮਾ ਨੂੰ, ਦੇਵੀ ਦੇਵਤਿਆਵਾਂ ਨੂੰ। ਹੁਣ ਕੀ ਹੈ ਕਿ ਮੰਤਰ ਉਚਾਰਨ ਹੋ ਰਹੇ ਆ ਤੇ ਇਹਨਾਂ ਦਾ ਕਿਸੇ ਨੂੰ ਸਮਝ ਵੀ ਨਹੀਂ ਘੱਟ ਲੱਗਦੀ ਸੀ ਇੰਨੀ। ਤੇ ਫਿਰ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਨਾ ਜਨਤਾ ਨੇ ਪ੍ਰਸ਼ਨ ਕਰਨਾ ਸ਼ੁਰੂ ਕੀਤਾ ਤੇ ਕੁਝ ਵਿਚਾਰਕ ਆਏ ਤਾਂ ਫਿਰ ਹੋਰ ਸੰਪਰਦਾਵਾਂ ਬਣੀਆਂ। ਠੀਕ, ਅਸੀਂ ਪੜ੍ਹਦੇ ਹਾਂ ਜੀ। ਪਹਿਲਾ ਹੈ ਜੀ ਰਾਜਸੂਇਆ ਜੱਗ। ਇਹ ਸੰਬੰਧਿਤ ਸੀ ਰਾਜ ਅਭਿਸ਼ੇਕ ਦੇ ਸਮਾਗਮ ਨਾਲ। ਵੀ ਜਦੋਂ ਕਿਸੇ ਰਾਜੇ ਨੂੰ ਉਹ ਹੁੰਦਾ ਸੀ ਨਾ, ਗੱਦੀ ਤੇ ਬਿਠਾਇਆ ਗਿਆ, ਉਹਦਾ ਰਾਜ ਅਭਿਸ਼ੇਕ ਕੀਤਾ, ਤੇ ਉਸ ਵੇਲੇ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ ਉਹਨੂੰ ਕਹਿੰਦੇ ਸੀ ਰਾਜਸੂਇਆ ਜੱਗ। ਜੱਗ ਬੇਸਿਕਲੀ ਜੱਗ ਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਦਾ ਕਿ ਗੱਭੇ ਵਿਚਕਾਰ ਅੱਗ ਬਲਦੀ ਸੀ ਤੇ ਕੁਝ ਮੰਤਰ ਉਚਾਰਨ ਹੁੰਦਾ ਸੀ ਤੇ ਆਹੂਤੀਆਂ ਦਿੱਤੀਆਂ ਜਾਂਦੀਆਂ ਸੀ। ਇਹ ਬੇਸਿਕ ਜਿਹਾ ਸੀ। ਪਰ ਅਸੀਂ 3 ਕੁ ਨਾਮ ਯਾਦ ਰੱਖ ਲੈਣੇ ਆ। ਰਾਜਸੂਇਆ ਜੱਗ ਕਿਸ ਨਾਲ ਸੰਬੰਧਿਤ ਸੀ? ਰਾਜ ਅਭਿਸ਼ੇਕ ਦੇ ਪ੍ਰੋਗਰਾਮ ਨਾਲ, ਵੀ ਕਿਸੇ ਨੂੰ, ਰਾਜੇ ਦੇ ਪੁੱਤਰ ਨੂੰ ਹੁਣ ਗੱਦੀ ਤੇ ਬਿਠਾਇਆ ਗਿਆ।
ਉਹਦੇ ਤਿਲਕ ਲਾ ਕੇ ਉਹਨੂੰ ਰਾਜਾ ਬਣਾਇਆ ਗਿਆ। ਅਸ਼ਵਮੇਘ ਯੱਗ, ਅਸ਼ਵ ਠੀਕ, ਇਹ ਹੈਗਾ ਘੋੜੇ ਦਾ ਬਲੀਦਾਨ। ਤੁਸੀਂ ਕਹਾਣੀ ਪੜ੍ਹੀ ਹੋਏਗੀ ਵੀ ਸ਼੍ਰੀ ਰਾਮ ਨੇ ਅਸ਼ਵਮੇਘ ਯੱਗ ਕਰਵਾਇਆ ਤੇ ਉਹਨਾਂ ਦੇ ਘੋੜੇ ਨੂੰ ਰੋਕ ਲਿਆ ਕਿ ਨਾ ਲਵ ਕੁਸ਼ ਨੇ। ਬੇਸਿਕਲੀ ਕੰਸੈਪਟ ਤਾਂ ਇਹੀ ਆ ਕਿ ਜਿੱਥੇ ਜਿੱਥੇ ਘੋੜਾ ਦੌੜੇਗਾ ਤੇ ਉੱਥੇ ਉੱਥੇ ਉਹ ਰਾਜੇ ਜਾਂ ਤਾਂ ਘੋੜੇ ਵਾਲੇ ਰਾਜੇ ਦੀ ਅਧੀਨਤਾ ਸਵੀਕਾਰ ਕਰ ਲਓਗੇ ਜਾਂ ਯੁੱਧ ਲੜਨਾ ਪਏਗਾ। ਤੇ ਪਰ ਐਂਡ ਵਿੱਚ ਕੀ ਹੁੰਦਾ ਸੀਗਾ ਕਿ ਇਸ ਘੋੜੇ ਦਾ ਬਲੀਦਾਨ ਦਿੱਤਾ ਜਾਂਦਾ ਸੀ, ਸੈਕਰੀਫਾਈਸ ਕਰ ਦਿੱਤਾ ਜਾਂਦਾ ਸੀ। ਤੇ ਅਸ਼ਵਮੇਘ ਯੱਗ ਕਿਹਦੇ ਨਾਲ ਸੰਬੰਧ ਹੋ ਗਿਆ? ਘੋੜੇ ਦੇ ਬਲੀਦਾਨ ਨਾਲ। ਵਾਜਪਾਈ ਯੱਗ, ਵਾਜਪਾਈ ਇਹ ਰੱਥ ਦੌੜ ਨਾਲ ਸੰਬੰਧਿਤ ਹੁੰਦਾ ਸੀ। ਰੱਥ ਦੀ ਦੌੜ ਵਗੈਰਾ ਕਰਵਾਈ ਜਾਂਦੀ ਸੀ, ਫਿਰ ਕੋਈ ਜਿੱਤਦਾ ਸੀ, ਫਿਰ ਉਸ ਤੋਂ ਬਾਅਦ ਜੱਗ ਜੁਗ ਕਰਦੇ ਸੀ ਨਾ, ਇਸ ਤਰ੍ਹਾਂ ਜੱਗ ਕੀਤਾ ਜਾਂਦਾ ਸੀ। ਤੁਸੀਂ ਸਮਝ ਲੈਣਾ ਰਾਜਸੂయ ਯੱਗ ਰਾਜ ਅਭਿਸ਼ੇਕ ਨਾਲ ਸੰਬੰਧਿਤ, ਅਸ਼ਵਮੇਘ ਘੋੜੇ ਦਾ ਬਲੀਦਾਨ, ਵਾਜਪਾਈ ਰੱਥ ਦੌੜ। ਠੀਕ ਹੈ ਜੀ। ਰਾਜੇ ਹੁਣ ਕਈ ਪ੍ਰਕਾਰ ਦੇ ਸਿਰਲੇਖ ਮਤਲਬ ਸਰਨੇਮ ਰੱਖਣ ਲੱਗ ਪਏ ਸਨ। ਆਪਣੇ ਨਾਂ ਦੇ ਅੱਗੇ ਸਰਨੇਮ ਰੱਖਣ ਲੱਗ ਗਏ ਕਿ ਆਪਣੀ ਪਾਵਰ ਦੱਸੀਏ ਵੀ ਅਸੀਂ ਤਾਂ ਬਹੁਤ ਵੱਡੇ ਏਰੀਏ ਦੇ ਕੀ ਆ ਰਾਜੇ ਆ। ਰਾਜ ਵਿਸ਼ਵਜਨ ਹਨਾ, ਪੂਰੇ ਵਿਸ਼ਵ ਦੀ ਜਨਤਾ ਦਾ ਰਾਜਾ। ਏਕ ਰੱਥ ਸਾਰਿਆਂ ਦਾ ਇੱਕੋ ਹੀ ਰਾਜਾ। ਸਮਰਾਟ ਹਨਾ, ਪੂਰੇ ਕਿੰਨੇ ਹੀ ਵੱਡੇ ਏਰੀਏ ਦਾ ਰਾਜਾ ਵਗੈਰਾ। ਪਰ ਇਹਨਾਂ ਦੇ ਏਰੀਆ ਮੈਂ ਫਿਰ ਕਹਾਂ ਇੰਨੇ ਵੱਡੇ ਨਹੀਂ ਸੀ ਹੁੰਦੇ ਜਿੰਨੇ ਨਾਵਾਂ ਤੋਂ ਲੱਗਦੇ ਆ, ਪਰ ਫਿਰ ਵੀ ਪਹਿਲਾਂ ਨਾਲੋਂ ਕਾਫੀ ਵੱਡੇ ਰਾਜ ਇਹਨਾਂ ਕੋਲ ਸੀ। ਤਾਂ ਇਹ ਇਸ ਤਰ੍ਹਾਂ ਦੇ ਸਰਨੇਮ ਰੱਖਣ ਲੱਗ ਗਏ। ਅੱਗੇ ਦੇਖਦੇ ਹਾਂ। ਹੁਣ ਪ੍ਰਸ਼ਾਸਨ ਦੀ ਗੱਲ ਕਰੀਏ, ਐਡਮਿਨਿਸਟ੍ਰੇਸ਼ਨ ਦੀ। ਅਸੀਂ ਪਹਿਲਾਂ ਪੜ੍ਹਿਆ ਕਿ ਸ਼ੁਰੂ ਵਿੱਚ ਕੀ ਸੀਗਾ, ਰਾਜਾ ਸੀ, ਉਹਦੀ ਹੈਲਪ ਲਈ ਪੁਰੋਹਿਤ ਸੀ, ਠੀਕ, ਤੇ ਨਾਲ ਸੈਨਾਨੀ ਸੀ, ਸੈਨਾਪਤੀ। ਪ੍ਰਸ਼ਾਸਨ ਵਿੱਚ ਪੁਰੋਹਿਤ ਤੇ ਸੈਨਾਨੀ ਅਤੇ ਗ੍ਰਾਮਣੀ ਤੋਂ ਇਲਾਵਾ ਠੀਕ ਹੁਣ ਕੀ ਆ, ਹੋਰ ਅਹੁਦਿਆਂ ਦਾ ਨਿਰਮਾਣ ਵੀ ਹੋਇਆ। ਜਿਵੇਂ ਹੁਣ ਖਜ਼ਾਨੇ ਨੂੰ ਕੌਣ ਦੇਖੇਗਾ? ਖਜ਼ਾਨਚੀ। ਕਿੰਨਾ ਤੁਹਾਡਾ ਆਇਆ ਨਾ, ਟ੍ਰੇਜਰਰ, ਕਿੰਨਾ ਪੈਸਾ ਆਇਆ ਕਿੰਨਾ ਗਿਆ, ਟ੍ਰੇਜਰਰ ਖਜ਼ਾਨਚੀ। ਪੈਸੇ ਦਾ ਲੇਖਾ ਕਰਨਾ, ਹਿਸਾਬ ਕਿਤਾਬ ਰੱਖਣਾ। ਟੈਕਸ ਵਸੂਲਣ ਵਾਲਾ, ਟੈਕਸ ਕਲੈਕਟਰ, ਅਤੇ ਰਾਜ ਦਾ ਸੰਦੇਸ਼ ਵਾਹਕ, ਰਾਇਲ ਮੈਸੇਂਜਰ। ਇਸ ਤਰ੍ਹਾਂ ਦੇ ਪੋਸਟਾਂ ਵੀ ਹੁਣ ਆ ਗਈਆਂ, ਕਿਉਂਕਿ ਦੇਖੋ ਨਾ ਹੁਣ ਵਿਸਤਾਰ ਹੋ ਰਿਹਾ ਆ, ਸਿਸਟਮ ਦਾ ਵਿਸਤਾਰ ਹੋ ਰਿਹਾ ਆ। ਤੇ ਹੁਣ ਕੀ ਆ, ਹੋਰ ਕੀ ਕਹਿੰਦੇ ਆਪਾਂ ਵੀ ਚੀਜ਼ਾਂ, ਹੋਰ ਆਫਿਸਸ, ਹੋਰ ਆਪਣਾ ਕਾਰੀਗਰੀ ਦੀਆਂ ਚੀਜ਼ਾਂ ਹਨਾ, ਵਪਾਰ ਵੀ ਵਧਿਆ। ਹੁਣ ਚੀਜ਼ਾਂ ਵੱਧਦੀਆਂ ਪਈਆਂ ਆ ਤੇ ਆਹ ਆਫਿਸਸ ਵੀ ਕੀ ਆ, ਨਿਰਮਾਣ ਹੋ ਗਏ। ਹੇਠਲੇ ਪੱਧਰ ਤੇ ਪ੍ਰਸ਼ਾਸਨ ਪਿੰਡਾਂ ਦੀਆਂ ਅਸੈਂਬਲੀਆਂ ਜਾਂ ਇਕੱਠ ਦੁਆਰਾ ਚਲਾਇਆ ਜਾਂਦਾ ਸੀ। ਉੱਪਰਲੇ ਪੱਧਰ ਤੇ ਹੋ ਗਿਆ ਰਾਜਾ ਵਗੈਰਾ, ਤੇ ਗਰਾਊਂਡ ਲੈਵਲ ਤੇ ਪਿੰਡਾਂ ਦੀਆਂ ਸੱਥਾਂ, ਪਿੰਡਾਂ ਦੀਆਂ ਅਸੈਂਬਲੀਆਂ, ਉਹ ਗਰੁੱਪ 'ਚ ਬਹਿੰਦੇ ਸੀ, ਇਕੱਠ ਹੁੰਦਾ ਸੀ, ਆਪਣੀਆਂ ਅਸੈਂਬਲੀਆਂ ਦੁਆਰਾ ਉਹ ਪ੍ਰਸ਼ਾਸਨ ਚਲਾਉਂਦੇ ਸੀ। ਇਹ ਸੀ ਵਿਲੇਜ ਲੈਵਲ। ਇਸ ਸਮੇਂ ਸਭਾ ਅਤੇ ਸਮਿਤੀ ਦਾ ਦਰਜਾ ਘੱਟ ਗਿਆ ਸੀ। ਸਭਾ ਅਸੀਂ ਪੜ੍ਹਿਆ ਪਹਿਲਾਂ, ਸਭਾ ਹੁੰਦੀ ਸੀ ਐਲਡਰ ਬਜ਼ੁਰਗਾਂ ਦੀ ਇਕੱਠ, ਸਮਿਤੀ ਹੁੰਦੀ ਸੀ ਆਮ ਲੋਕਾਂ ਦਾ ਇਕੱਠ। ਹੁਣ ਸਭਾ ਅਤੇ ਸਮਿਤੀ ਬੈਕ ਸਟੇਜ ਚੱਲ ਗਈ। ਹੁਣ ਓਵਰਆਲ ਅਸੈਂਬਲੀ, ਇੱਕੋ ਹੀ ਅਸੈਂਬਲੀ ਦੀ ਗੱਲ ਹੋਣ ਲੱਗੀ। ਠੀਕ ਹੈ ਜੀ। ਅੱਗੇ ਪੜ੍ਹਦੇ ਹਾਂ ਜੀ। ਆਰਥਿਕ ਹਾਲਤ, ਇਕਨੋਮਿਕ ਸਿਚੁਏਸ਼ਨ, ਵਪਾਰ ਵਗੈਰਾ, ਕੰਮ ਧੰਦੇ, ਇਸ ਤਰ੍ਹਾਂ ਦਾ ਕੀ ਚੀਜ਼ਾਂ ਹੁੰਦੀਆਂ ਸੀ। ਹੁਣ ਲੋਹਾ ਸਿਸਟਮ 'ਚ ਆ ਗਿਆ ਸੀ, ਅਸੀਂ ਪਹਿਲਾਂ ਪੜ੍ਹਿਆ, ਤੇ ਲੋਹੇ ਦਾ ਪ੍ਰਯੋਗ ਕਾਫੀ ਵੱਧ ਗਿਆ। ਹੁਣ ਜਿਹੜਾ ਸੋਚੋ, ਲੋਹੇ ਨਾਲ ਕੀ ਕਰਦੇ ਸੀ, ਹਥਿਆਰ ਬਣਾਉਂਦੇ ਹੋਣਗੇ, ਠੀਕ, ਹੱਲ ਵਗੈਰਾ ਬਣਾਇਆ, ਤੇ ਕੁਲਾੜੀਆਂ ਵਗੈਰਾ, ਹਥਿਆਰਾਂ ਨਾਲ ਜੰਗਲ ਸਾਫ਼ ਕੀਤੇ, ਤੇ ਇਹਨਾਂ ਨੇ ਕਾਫੀ ਹੋਰ ਜ਼ਮੀਨ ਆਪਣੇ ਅੰਦਰ ਲੈ ਲਈ ਖੇਤੀਬਾੜੀ ਕਰਨ ਲਈ। ਇਸ ਨਾਲ ਲੋਕਾਂ ਨੇ ਹੋਰ ਜੰਗਲ ਕੱਟ ਕੇ ਹੋਰ ਜ਼ਮੀਨ ਖੇਤੀ ਹੇਠ ਲੈ ਆਂਦੀ, ਅਤੇ ਹੁਣ ਖੇਤੀਬਾੜੀ ਮੁੱਖ ਧੰਦਾ ਬਣ ਗਿਆ ਸੀ। ਪਹਿਲਾਂ ਇੰਨੀ ਖੇਤੀਬਾੜੀ ਉੱਤੇ ਡਿਪੈਂਡੈਂਟ ਨਹੀਂ ਸੀ, ਹੁਣ ਖੇਤੀਬਾੜੀ ਵੀ ਹੋਣ ਲੱਗ ਗਈ। ਠੀਕ ਹੈ ਜੀ। ਇਹ ਦੇਖੋ, ਪਹਿਲਾਂ ਮੈਂ ਦੱਸਿਆ ਨਾ ਕਿ ਇਹਨਾਂ ਨੇ ਜ਼ਮੀਨਾਂ ਲਈ ਲੜਾਈਆਂ ਨਹੀਂ ਲੜੀਆਂ। ਜ਼ਮੀਨਾਂ ਲਈ ਕੋਈ ਲੜਾਈ ਹੋਈ ਆ ਵੱਡੇ ਪੱਧਰ ਤੇ, ਉਹ ਫਿਰ ਅੱਗੇ ਜਾ ਕੇ ਮਹਾਭਾਰਤ ਹੋਈ ਆ, ਜ਼ਮੀਨ ਲਈ ਲੜਾਈ। ਖੇਤੀਬਾੜੀ ਲਈ ਵਧੀਆ ਔਜ਼ਾਰਾਂ ਦਾ ਪ੍ਰਯੋਗ ਹੋਣ ਲੱਗਾ, ਵਧੀਆ ਢੰਗ ਨਾਲ ਹੁਣ ਹੱਲ ਹੁੱਲ ਬਣਾ ਲਏ ਲੋਹੇ ਦਾ ਪ੍ਰਯੋਗ ਕਰਕੇ। ਜੌਂ, ਚੌਲ ਅਤੇ ਕਣਕ ਪੈਦਾ ਕੀਤੀ ਜਾਂਦੀ ਸੀ, ਆਹ ਮੇਨ ਫਸਲਾਂ ਹੋ ਗਈਆਂ। ਇਹਨਾਂ ਨੂੰ ਹੁਣ ਦੇਸੀ ਖਾਦ ਦੀ ਜਾਣਕਾਰੀ ਵੀ ਹੋ ਗਈ ਸੀ। ਆਹ ਇੰਪੋਰਟੈਂਟ ਡਿਵੈਲਪਮੈਂਟ ਹੋਈ ਲੇਟਰ ਵੈਦਿਕ ਪੀਰੀਅਡ ਵਿੱਚ। ਦੇਸੀ ਖਾਦ ਮਤਲਬ ਪਸ਼ੂਆਂ ਦੇ
ਜਿਹੜਾ ਆਪਣਾ ਗੋਬਰ ਵਗੈਰਾ ਤੋਂ ਬਣੀ ਖਾਦ, ਇਹਦੀ ਜਾਣਕਾਰੀ ਵੀ ਹੋ ਗਈ। ਉਦਯੋਗ ਵਿੱਚ ਵੀ ਵਾਧਾ ਹੋਇਆ, ਇੰਡਸਟਰੀ ਵਿੱਚ ਵੀ ਵਾਧਾ ਹੋਇਆ ਅਤੇ ਪਹਿਲਾਂ ਨਾਲੋਂ ਜ਼ਿਆਦਾ ਮਹਾਰਤ ਵਾਲੇ ਕੰਮ ਹੋਣ ਲੱਗੇ। ਹੁਣ ਸਪੈਸ਼ਲਾਈਜੇਸ਼ਨ ਵੱਧ ਗਈ। ਹੁਣ ਦੇਖੋ, ਧਾਤੂ ਦੇ ਕੰਮ, ਮੈਟਲ ਦੀਆਂ ਚੀਜ਼ਾਂ ਬਣਾਉਣੀਆਂ, ਚਮੜੇ ਦੇ ਕੰਮ, ਚਮੜੇ ਤੋਂ ਚੀਜ਼ਾਂ ਬਣਾਉਣੀਆਂ, ਤਰਖਾਣੀ ਦੇ ਕੰਮ, ਲੱਕੜ ਤੋਂ ਕਈ ਕੁਛ ਬਣਾਉਣਾ ਅਤੇ ਮਿੱਟੀ ਦੇ ਭਾਂਡੇ ਵਗੈਰਾ ਬਣਾਉਣ ਦੇ ਕੰਮ, ਇਹਨਾਂ ਵਿੱਚ ਵੀ ਬੜੀ ਪ੍ਰਗਤੀ ਹੋਈ। ਸਾਰਿਆਂ ਵਿੱਚ ਕੀ ਹੈ, ਇਹਨਾਂ ਸਾਰਿਆਂ ਵਿੱਚ ਪ੍ਰਗਤੀ ਹੋ ਗਈ। ਠੀਕ ਹੈ ਜੀ। ਇਕਨੋਮਿਕ ਐਕਟੀਵਿਟੀ ਵੱਧ ਗਈਆਂ। ਅੰਦਰੂਨੀ ਵਪਾਰ ਦੇ ਨਾਲ ਨਾਲ ਵਿਦੇਸ਼ੀ ਵਪਾਰ ਵੀ ਦੂਰ ਦੂਰ ਤੱਕ ਫੈਲ ਗਿਆ, ਟ੍ਰੇਡ ਹੋਣ ਲੱਗ ਗਿਆ। ਇੰਟਰਨਲ ਟ੍ਰੇਡ, ਦੇਸ਼ ਦੇ ਅੰਦਰ ਵੀ ਤੇ ਸਮੁੰਦਰੋਂ ਪਾਰ ਵੀ ਦੂਰ ਦੂਰ ਤੱਕ ਫੈਲ ਗਿਆ। ਇਹਨਾਂ ਲੋਕਾਂ ਨੂੰ ਸਮੁੰਦਰ ਬਾਰੇ ਜਾਣਕਾਰੀ ਸੀ। ਇਹ ਪ੍ਰਸ਼ਨ ਆ ਜਾਂਦਾ ਕਿ ਆਰੀਅਨ ਲੋਕਾਂ ਨੂੰ ਸਮੁੰਦਰ ਬਾਰੇ ਜਾਣਕਾਰੀ ਸੀ? ਯੈਸ, ਸੀਗੀ। ਅਤੇ ਇਹ ਸਮੁੰਦਰੋਂ ਪਾਰ ਦੇਸ਼ਾਂ ਜਿਵੇਂ ਬੈਬੀਲੋਨ ਨਾਲ ਵਪਾਰ ਵੀ ਕਰਦੇ ਸਨ। ਬੈਬੀਲੋਨ, ਇਹ ਵੀ ਇਰਾਕ ਦੇ ਲਾਗੇ ਸ਼ਹਿਰ ਸੀ ਜੀ ਬੈਬੀਲੋਨ। ਬੇਸਿਕਲੀ ਸਾਡਾ ਨਾ ਸਿੰਧੂ ਘਾਟੀ ਤੋਂ ਲੈ ਕੇ ਵੈਦਿਕ ਕਾਲ, ਲੈਟਰ ਵੈਦਿਕ ਕਾਲ, ਇਹਨਾਂ ਸਾਰਿਆਂ ਦੌਰਾਨ ਜਿਹੜਾ ਵਪਾਰ ਆ ਉਹ ਸਮੁੰਦਰੋਂ ਪਾਰ ਇੱਧਰ ਈਰਾਨ ਇਰਾਕ ਸਾਈਡ ਨਾਲ ਹੀ ਹੋਇਆ। ਦੇਖੋ, ਜਿਸ ਤਰ੍ਹਾਂ ਮੈਸੋਪੋਟਾਮੀਆ ਹੋ ਗਿਆ ਹੈ ਨਾ, ਅਤੇ ਸੁਮੇਰ ਹੋ ਗਿਆ, ਸੁਮੇਰ, ਬੈਬੀਲੋਨ, ਇਹ ਸਾਰੇ ਉਸੇ ਏਰੀਏ ਦੇ ਸ਼ਹਿਰ ਆ ਵੱਡੇ ਵੱਡੇ, ਤੁਹਾਡੇ ਇਰਾਕ ਸਾਈਡ ਦੇ। ਇਸ ਸਮੇਂ ਵਪਾਰੀਆਂ ਦੀ ਇੱਕ ਖਾਨਦਾਨੀ ਜਮਾਤ ਬਨੀਆਂ ਹੋਂਦ ਵਿੱਚ ਆ ਗਈ। ਬਨੀਆਂ ਹੁਣ ਕੀ ਹੈ, ਵਪਾਰ ਹੋਰ ਵਧਿਆ ਤੇ ਇੱਕ ਖਾਨਦਾਨੀ ਜਮਾਤ, ਪਿਤਾ ਪੁਰਖੀ ਹੈਰੀਡੀਟਰੀ ਕਲਾਸ ਬਨੀਆਂ, ਜਿਹੜਾ ਕਿ ਵਪਾਰ ਕਰਦੀ ਸੀ, ਇਹ ਪੂਰੀ ਕਲਾਸ ਹੋਂਦ ਵਿੱਚ ਆਈ। ਵੈਸ਼ ਵੀ ਵਪਾਰ ਕਰਦੇ ਸੀ। ਇਹ ਤਾਂ ਇਨ ਜਨਰਲ ਵਪਾਰ ਕਰਨ ਵਾਲੇ ਗਰੁੱਪ ਕੌਣ ਸੀ? ਵੈਸ਼। ਠੀਕ ਹੈ ਜੀ। ਇਹਨਾਂ ਦੇ ਆਪਣੇ ਸਮੂਹ ਹੁੰਦੇ ਸਨ ਜਿਨ੍ਹਾਂ ਨੂੰ ਗਣ ਕਿਹਾ ਜਾਂਦਾ ਸੀ। ਵੈਸ਼ ਦਾ ਆਪਣੇ ਗਿਲਡ ਹੁੰਦੇ ਸੀ, ਗਿਲਡ ਸਮੂਹ, ਉਹਨਾਂ ਨੂੰ ਗਣ ਕਿਹਾ ਜਾਂਦਾ ਸੀ। ਦੇਖੋ ਨਾ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਵੈਸ਼ ਕੀ ਹੋ ਗਏ ਤੁਹਾਡੇ? ਮੇਨਲੀ ਵਪਾਰੀ। ਤੇ ਵਪਾਰੀਆਂ ਵਿੱਚੋਂ ਵੀ ਇੱਕ ਖਾਸ ਕਲਾਸ ਨਿਕਲੀ, ਖਾਨਦਾਨੀ ਜਮਾਤ, ਜਿਹਨੂੰ ਕਹਿੰਦੇ ਬਨੀਆਂ। ਠੀਕ, ਬਨੀਆਂ। ਲੈਣ ਦੇਣ ਲਈ ਰਿਗ ਵੈਦਿਕ ਕਾਲ ਦੇ ਨਿਸ਼ਕ ਤੋਂ ਇਲਾਵਾ, ਦੇਖੋ ਅਸੀਂ ਪੜ੍ਹਿਆ ਕਿ ਰਿਗ ਵੈਦਿਕ ਕਾਲ ਵਿੱਚ ਕੀ ਸੀਗਾ? ਸੋਨੇ ਦੇ ਸਿੱਕੇ। ਹਾਇਰ ਟ੍ਰਾਂਸੈਕਸ਼ਨ ਲਈ, ਵੈਸੇ ਤਾਂ ਵਾਟਰ ਸਿਸਟਮ ਹੀ ਸੀਗਾ ਰਿਗ ਵੈਦਿਕ ਕਾਲ ਵਿੱਚ, ਪਰ ਕਦੀ ਕਦੀ ਵੱਡੀ ਟ੍ਰਾਂਸੈਕਸ਼ਨ ਲਈ ਕੀ ਆ, ਸੋਨੇ ਦੇ ਸਿੱਕੇ, ਜਿਨ੍ਹਾਂ ਨੂੰ ਨਿਸ਼ਕ ਕਹਿੰਦੇ ਸੀ, ਉਹਨਾਂ ਦਾ ਪ੍ਰਯੋਗ ਹੁੰਦਾ ਸੀ। ਪਰ ਹੁਣ ਕੀ ਆ, ਨਿਸ਼ਕ ਦੇ ਨਾਲ ਨਾਲ ਸੋਨੇ ਚਾਂਦੀ ਦੇ ਹੋਰ ਸਿੱਕੇ, ਜਿਨ੍ਹਾਂ ਨੂੰ ਸਤਮਨ ਤੇ ਕ੍ਰਿਸ਼ਨਲ ਵੀ ਕਹਿੰਦੇ ਹਨ, ਇਹ ਵਰਤੇ ਜਾਂਦੇ ਸਨ। ਸੋਨੇ ਚਾਂਦੀ ਦੇ ਸਿੱਕੇ। ਹੁਣ ਤੁਹਾਨੂੰ ਪ੍ਰਸ਼ਨ ਆ ਜਾਣਾ, ਨਿਸ਼ਕ, ਸਤਮਨ, ਕ੍ਰਿਸ਼ਨਲ ਕੀ ਸੀ? ਇਹ ਸਿੱਕੇ ਸੀ ਜੀ, ਸਿੱਕੇ ਸੀ। ਅੱਜ ਦੇ ਸਮੇਂ ਦੇ ਇਹਨਾਂ ਨੂੰ ਪੈਸੇ ਕਹਿ ਲਈਏ ਅਸੀਂ, ਇਹ ਪੈਸੇ ਸੀ ਜੀ ਉਸ ਸਮੇਂ ਦੇ। ਸਤਮਨ, ਕ੍ਰਿਸ਼ਨਲ, ਨਿਸ਼ਕ, ਇਹ ਸਭ ਵਰਤੇ ਜਾਂਦੇ ਸੀ, ਮਤਲਬ ਕਰੰਸੀ ਯੂਜ਼ ਹੋਣ ਲੱਗ ਗਈ। ਠੀਕ, ਸਿੱਕੇ ਯੂਜ਼ ਹੋਣ ਲੱਗ ਗਏ। ਸਮਾਜਿਕ ਜੀਵਨ ਦੇਖ ਲਈਏ ਇਹਨਾਂ ਦਾ। ਸੋਸ਼ਲ ਲਾਈਫ ਵਿੱਚ ਤੁਸੀਂ ਇਹ ਗੱਲ ਨੋਟ ਕਰਨੀ ਆ ਕਿ ਦੇਖੋ, ਸੋਸ਼ਲ ਵਿੱਚ 2-3 ਪੈਰਾਮੀਟਰ ਹੁੰਦੇ ਆ। ਇੱਕ ਤਾਂ ਜਾਤ ਦਾ ਐਂਗਲ, ਇੱਕ ਔਰਤ ਦਾ ਐਂਗਲ। ਇਹ 2 ਪੈਰਾਮੀਟਰ ਤੁਸੀਂ ਯਾਦ ਰੱਖਣੇ ਆ। ਤੁਹਾਨੂੰ ਕਿਤੇ ਵੀ ਸਮਾਜਿਕ ਐਂਗਲ ਤੋਂ ਪ੍ਰਸ਼ਨ ਆਵੇ ਤਾਂ ਜਾਤ ਵਾਲਾ, ਸਮਾਜਿਕ ਵਿਭਾਜਨ ਤੇ ਔਰਤ ਦੀ ਕੀ ਸਥਿਤੀ ਸੀ, ਇਸ ਬਾਰੇ ਪਤਾ ਹੋਣਾ ਚਾਹੀਦਾ ਆ। ਸਮਾਜਿਕ ਵਿਭਾਜਨ ਨਾ ਪਹਿਲਾਂ ਨਾਲੋਂ ਹੋਰ ਸਖਤ ਹੋ ਗਿਆ। ਜਿਹੜੀ ਡਿਵੀਜ਼ਨ ਸੀ ਨਾ, ਕਾਸਟ ਵਗੈਰਾ ਦੀ, ਵਰਣ ਵਿਵਸਥਾ ਵਾਲੀ ਡਿਵੀਜ਼ਨ, ਉਹ ਹੋਰ ਸਖਤ ਹੋ ਗਈ। ਪਹਿਲਾਂ ਇੰਨਾ ਸਖਤ ਨਹੀਂ ਸੀ। ਲੈਟਰ ਵੈਦਿਕ ਕਾਲ ਵਿੱਚ ਇਹ ਜਿਹੜੀ ਸਖਤਾਈ ਵਾਲੀ ਹੈ ਨਾ ਗੱਲਾਂ, ਇਹ ਜ਼ਿਆਦਾ ਹੋ ਗਈਆਂ। ਜਾਤ ਦੇ ਆਧਾਰ ਤੇ ਵੀ ਤੇ ਔਰਤ ਦੇ ਉੱਤੇ ਵੀ ਪਾਬੰਦੀਆਂ ਲੱਗ ਗਈਆਂ। ਇਹ ਤੁਸੀਂ ਗੱਲਾਂ ਯਾਦ ਰੱਖਣੀਆਂ। ਇਸ ਸਮੇਂ ਵਰਣ ਵਿਵਸਥਾ ਚੰਗੀ ਤਰ੍ਹਾਂ ਸਥਾਪਿਤ ਹੋ ਚੁੱਕੀ ਸੀ। ਇਸ ਵਿਵਸਥਾ ਵਿੱਚ ਸਮਾਜ ਨੂੰ 4 ਹਿੱਸਿਆਂ, ਕਿਹੜੇ? ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ ਵਿੱਚ ਵੰਡਿਆ ਗਿਆ ਸੀ। ਬ੍ਰਾਹਮਣ ਜਿਹੜਾ ਵੇਦਾਂ ਦਾ ਉਚਾਰਨ ਕਰਦੇ ਆ, ਪੂਜਾ ਪਾਠ ਕਰਦੇ ਆ। ਕਸ਼ੱਤਰੀ ਜਿਹੜੇ ਵੈਰੀਅਰ ਕਲਾਸ ਆ। ਵੈਸ਼ ਵਪਾਰੀ ਵਗੈਰਾ। ਤੇ ਸ਼ੂਦਰ ਐਗਰੀਕਲਚਰ, ਕਰਾਫਟਸਮੈਨ, ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਆ ਜਾਂ ਕੁਛ ਹੋਰ ਕਾਰੀਗਰੀ ਕਰਦੇ ਆ, ਉਹ ਸੀ ਸ਼ੂਦਰ। ਇਹਨਾਂ ਚਾਰਾਂ ਚੋਂ ਇਲਾਵਾ ਇੱਕ ਹੁੰਦਾ ਸੀ ਗਰੁੱਪ, ਉਹ ਸੀ ਅਛੂਤ, ਜਿਨ੍ਹਾਂ ਵਿੱਚ ਚੰਡਾਲ ਆ ਗਏ ਆਪਣੇ, ਨਿਸ਼ਾਦ ਆ ਗਏ। ਜਿੱਦਾਂ ਅੱਜ ਦੇ ਸਮੇਂ ਤੇ ਤੁਸੀਂ ਜਿੱਦਾਂ ਨਾ ਥੋੜ੍ਹਾ ਡੈਰੋਗੇਟਰੀ ਸ਼ਬਦ ਹੋ ਜਾਏਗਾ, ਜਿਹੜੇ ਸੋ ਕਾਲਡ ਨਾ ਲੋਅਰ ਕਾਸਟ, ਜਿਹਨਾਂ ਨੂੰ ਐਸੀ ਕਹਿ ਦਿੱਤਾ ਜਾਂਦਾ ਨਾ, ਉਹਨਾਂ ਵਿੱਚ ਇਹ ਸਾਰੇ ਅਛੂਤ ਸੀ। ਚੰਡਾਲ, ਨਿਸ਼ਾਦ ਤੇ ਹੋਰ ਚਮੜੇ ਦਾ ਕੰਮ ਕਰਨ ਵਾਲੇ, ਗੰਦਗੀ ਸਾਫ਼ ਕਰਨ ਵਾਲੇ, ਇਹ ਸਾਰੇ ਕੀ ਸੀ? ਇਹ ਵਰਣ ਵਿਵਸਥਾ ਤੋਂ ਬਾਹਰ ਸੀ। ਇਹ 4 ਵਰਨਾਂ ਵਿੱਚ ਨਹੀਂ ਹੁੰਦੇ ਸੀ। ਇਹਨਾਂ ਦੇ ਟੱਚ ਨੂੰ ਵੀ, ਇਹਨਾਂ ਦੇ ਸਪਰਸ਼ ਨੂੰ ਵੀ
ਚੰਗਾ ਨਹੀਂ ਸਮਝਿਆ ਜਾਂਦਾ ਸੀ, ਅਛੂਤ ਸੀ, ਇਹਨਾਂ ਨੂੰ ਟੱਚ ਕਰਨ ਦੀ ਮਨਾਹੀ ਸੀ ਪ੍ਰਕਾਸ਼ ਦੁਆਰਾ। ਠੀਕ। ਬ੍ਰਾਹਮਣ ਅਤੇ ਕਸ਼ਤਰੀ ਦੋ ਉੱਚੀਆਂ ਜਾਤਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ, ਇਹਨਾਂ ਨੂੰ ਸਪੈਸ਼ਲ ਪ੍ਰਿਵਿਲੇਜ ਸੀ। ਚਾਰ ਵਰਨਾਂ ਵਿੱਚ ਵੀ ਜਿਹੜੇ ਉੱਪਰਲੇ ਦੋ ਵਰਨਾਂ ਬ੍ਰਾਹਮਣ ਅਤੇ ਕਸ਼ਤਰੀ, ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ, ਜੋ ਕਿ ਵੈਸ਼ ਅਤੇ ਸ਼ੂਦਰਾਂ ਕੋਲ ਨਹੀਂ ਸਨ। ਵੈਸ਼ ਤੇ ਸ਼ੂਦਰਾਂ ਕੋਲ ਕੁਝ ਅਧਿਕਾਰ ਨਹੀਂ ਸਨ ਜਿਹੜੇ ਕਿ ਬ੍ਰਾਹਮਣ ਤੇ ਕਸ਼ਤਰੀਆਂ ਕੋਲੋਂ ਸਨ। ਬ੍ਰਾਹਮਣਾਂ ਨੂੰ ਕਸ਼ਤਰੀਆਂ ਤੋਂ ਉੱਚਾ ਦਰਜਾ ਹਾਸਲ ਸੀ, ਪਰ ਕਦੇ ਕਦੇ ਕਸ਼ਤਰੀ ਵੀ ਬ੍ਰਾਹਮਣਾਂ ਤੋਂ ਉੱਚੇ ਦਰਜੇ ਦਾ ਦਾਅਵਾ ਕਰਦੇ ਸਨ। ਬੇਸਿਕਲੀ ਹਾਇਰਾਰਕੀ ਵਿੱਚ ਉੱਚਾ ਕੌਣ ਹੋਇਆ? ਬ੍ਰਾਹਮਣ, ਫਿਰ ਆਉਂਦਾ ਖੱਤਰੀ। ਪਰ ਕਦੀ ਕਦੀ ਇਹ ਵੀ ਦੇਖਿਆ ਗਿਆ ਕਿ ਕਸ਼ਤਰੀਆਂ ਨੇ ਬ੍ਰਾਹਮਣਾਂ ਤੋਂ ਉੱਚੇ ਦਰਜੇ ਨੂੰ ਕਲੇਮ ਕੀਤਾ ਕਿਉਂਕਿ ਉਹ ਰਾਜੇ ਹੁੰਦੇ ਸੀ। ਧੰਦਿਆਂ ਦੇ ਹਿਸਾਬ ਨਾਲ ਕਈ ਉਪਜਾਤੀਆਂ ਦਾ ਉਦੈ ਵੀ ਹੋਇਆ ਸੀ। ਹੁਣ ਕੀ ਆ, ਕਿਉਂਕਿ ਧੰਦੇ ਵੱਧ ਗਏ ਤਾਂ ਉਹ ਧੰਦਿਆਂ ਦੇ ਹਿਸਾਬ ਨਾਲ ਕਈ ਜਾਤੀਆਂ ਵਿੱਚ ਉਪਜਾਤੀਆਂ ਦਾ ਨਿਰਮਾਣ ਵੀ ਹੋ ਗਿਆ। ਹੁਣ ਕਾਸਟ ਡਿਵੀਜ਼ਨ ਦੇ ਵਿੱਚ ਹੋਰ ਕਾਸਟਾਂ ਵੀ ਆਉਣ ਲੱਗ ਗਈਆਂ ਕਿਉਂਕਿ ਧੰਦਿਆਂ ਦੇ ਹਿਸਾਬ ਨਾਲ ਜਾਤੀਆਂ ਵੀ ਵੱਧ ਗਈਆਂ। ਠੀਕ। ਇੱਥੇ ਤੁਸੀਂ ਯਾਦ ਰੱਖਣਾ ਕਿ ਬ੍ਰਾਹਮਣਾਂ ਅਤੇ ਕਸ਼ਤਰੀਆਂ ਦਾ ਵੀ ਆਪਸ ਵਿੱਚ ਕਲੈਸ਼ ਹੁੰਦੇ ਆ। ਤੁਸੀਂ ਦੇਖੋ ਨਾ ਕਿ ਜਿੱਦਾਂ ਭਗਵਾਨ ਪਰਸ਼ੂਰਾਮ ਆ, ਹੁਣ ਭਗਵਾਨ ਪਰਸ਼ੂਰਾਮ ਦਾ ਕਲੈਸ਼ ਕਿਹਨਾਂ ਨਾਲ ਸੀ? ਕਸ਼ਤਰੀਆਂ ਨਾਲ ਹੀ ਸੀ। ਇਸ ਹਿਸਾਬ ਨਾਲ ਇਹਨਾਂ ਦੇ ਆਪਸ ਵਿੱਚ ਵੀ ਕਲੈਸ਼ਸ ਦੇਖਣ ਨੂੰ ਮਿਲਦੇ ਆ। ਓਕੇ ਜੀ। ਪਰਿਵਾਰ ਵਿੱਚ ਪਿਤਾ ਦਾ ਦਬਦਬਾ ਜਾਂ ਸ਼ਕਤੀ ਦਾ ਹੋਰ ਵਾਧਾ ਹੋਇਆ। ਹੁਣ ਇਹਦੀ ਪੋਜੀਸ਼ਨ ਹੋਰ ਸਟਰੋਂਗ ਹੋ ਗਈ ਪਰਿਵਾਰ ਦੇ ਹੈਡ ਦੀ, ਪਿਤਾ ਦੀ। ਭਾਵੇਂ ਰਾਜ ਘਰਾਣਿਆਂ ਦੀਆਂ ਔਰਤਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ, ਜਿਹੜੀਆਂ ਰਾਇਲ ਫੈਮਿਲੀ ਦੀਆਂ ਔਰਤਾਂ ਸੀ ਉਹਨਾਂ ਨੂੰ ਕੁਝ ਅਧਿਕਾਰ ਸੀਗੇ, ਉਹਨਾਂ ਨੂੰ ਸਪੈਸ਼ਲ ਪ੍ਰਿਵਿਲੇਜ ਸੀਗੀਆਂ, ਪਰ ਆਮ ਔਰਤਾਂ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ। ਆਮ ਔਰਤਾਂ ਦੀ ਸਥਿਤੀ ਕੀ ਆ? ਵਿਗੜ ਗਈ। ਆਮ ਔਰਤਾਂ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ। ਇਹ ਬੜੀ ਇੰਪੋਰਟੈਂਟ ਪੁਆਇੰਟ ਹੈ, ਜ਼ਰੂਰੀ ਪੁਆਇੰਟ ਹੈ। ਉਹਨਾਂ ਕੋਲੋਂ ਅਸੈਂਬਲੀ ਵਿੱਚ ਹਾਜ਼ਰ ਹੋਣ ਦਾ ਅਧਿਕਾਰ ਖੋਹ ਲਿਆ ਗਿਆ। ਹੁਣ ਉਹ ਜਦੋਂ ਅਸੈਂਬਲੀ ਲੱਗਦੀ ਸੀ ਪਿੰਡਾਂ ਦੀ, ਉਸ ਵਿੱਚ ਜਾ ਨਹੀਂ ਸੀ ਸਕਦੀਆਂ। ਗਰੁੱਪ ਵਿੱਚ ਜਾਣ ਨਾਲੋਂ ਤੋਂ ਉਹਨਾਂ ਨੂੰ ਮਨਾਹੀ ਹੋਣ ਲੱਗ ਗਈ। ਬਾਲ ਵਿਵਾਹ ਵੀ ਆਮ ਹੋ ਗਿਆ ਸੀ। ਬਾਲ ਵਿਵਾਹ ਵੀ ਹੋਣ ਲੱਗ ਗਏ ਜੀ, ਕੁਰੀਤੀ। ਤੇ ਐਤਰੀਆ ਬ੍ਰਾਹਮਣਾ ਆਪਾਂ ਪੜ੍ਹਿਆ ਕਿ ਲਿਟਰੇਚਰ ਵਿੱਚ ਅਰਣਿਆਕ, ਬ੍ਰਾਹਮਣਾ, ਉਪਨਿਸ਼ਦ, ਇਹ ਕੈਟਾਗਰੀਆਂ ਅਸੀਂ ਪਹਿਲਾਂ ਪੜ੍ਹੀਆਂ। ਤੇ ਇਸੇ ਪ੍ਰਕਾਰ ਐਤਰੀਆ ਬ੍ਰਾਹਮਣਾਂ ਵਿੱਚ ਇਹ ਕਿਹਾ ਗਿਆ ਹੈ, ਕੀ ਕਿਹਾ ਗਿਆ ਹੈ? ਉਸ ਵਿੱਚ ਔਰਤਾਂ ਨੂੰ ਦੁੱਖਾਂ ਦਾ ਸਰੋਤ ਕਿਹਾ ਗਿਆ ਹੈ ਵੀ ਵੂਮਨ ਇਜ਼ ਅ ਸੋਰਸ ਆਫ ਮਿਜ਼ਰੀ। ਉਸ ਵਿੱਚ ਔਰਤਾਂ ਨੂੰ ਦੁੱਖਾਂ ਦਾ ਸਰੋਤ ਕਿਹਾ ਗਿਆ ਹੈ ਐਤਰੀਆ ਬ੍ਰਾਹਮਣਾਂ ਵਿੱਚ। ਇਹ ਤੁਹਾਨੂੰ ਪ੍ਰਸ਼ਨ ਆ ਸਕਦਾ ਕਿ ਔਰਤ ਨੂੰ ਦੁੱਖਾਂ ਦਾ ਸਰੋਤ ਕਿਹਾ ਗਿਆ ਹੈ ਐਤਰੀ ਬ੍ਰਾਹਮਣਾਂ ਵਿੱਚ। ਇਸ ਗੱਲ ਬਾਰੇ ਆਪਣੇ ਵਿਚਾਰ ਦਿਓ ਵੀ ਇਹਦਾ ਕੀ ਮਤਲਬ ਹੋਇਆ। ਫਿਰ ਤੁਸੀਂ ਦੱਸ ਦੇਣਾ ਕਿ ਆਹ ਔਰਤਾਂ ਨਾਲ ਹੁੰਦਾ ਸੀ। ਅੱਗੇ ਗੱਲ ਆਉਂਦੀ ਜੀ ਇਹਨਾਂ ਦਾ ਧਰਮ। ਅਸੀਂ ਪਹਿਲਾਂ ਪੜ੍ਹਿਆ ਕਿ ਪਹਿਲਾਂ ਨਾ ਇਹ ਲੋਕ ਪ੍ਰਾਰਥਨਾ ਵਗੈਰਾ ਕਰਦੇ ਸੀ ਤੇ ਕੁਦਰਤੀ ਸ਼ਕਤੀਆਂ ਨੂੰ ਪੂਜਦੇ ਸੀ, ਹਨਾ। ਅੱਗ, ਪਾਣੀ, ਇੰਦਰ ਦੇਵਤਾ ਵਗੈਰਾ, ਹਨਾ, ਬਿਜਲੀ ਦੇ ਚਮਕਣ ਨੂੰ, ਇਹਨਾਂ ਸਾਰਿਆਂ ਨੂੰ ਪੂਜਦੇ ਸੀ। ਹੁਣ ਇਹ ਦੇਵੀ ਦੇਵਤੇ ਥੋੜੇ ਨਾ ਬੈਕ ਸਟੇਜ ਤੇ ਚਲ ਗਏ। ਦੇਵੀ ਦੇਵਤੇ ਵੀ ਨਵੇਂ ਆ ਗਏ ਤੇ ਇਹਨਾਂ ਦਾ ਹੁਣ ਨਾ, ਪਹਿਲਾਂ ਅਸੀਂ ਪ੍ਰਾਰਥਨਾ ਕਰਦੇ, ਹੁਣ ਜ਼ਿਆਦਾ ਫੋਕਸ ਮੰਤਰ ਉਚਾਰਨ ਉੱਤੇ ਹੋ ਗਿਆ। ਅਰਲੀ ਵੈਦਿਕ ਕਾਲ ਮਤਲਬ ਮੁੱਢਲੇ ਵੈਦਿਕ ਕਾਲ ਦੇ ਭਗਵਾਨ ਜਿਵੇਂ ਇੰਦਰ ਅਤੇ ਅਗਨੀ, ਅੱਗ ਅਤੇ ਇੰਦਰ ਕੀ ਸੀ ਜੀ? ਬਿਜਲੀ ਜਿਹੜੀ ਹੁੰਦੀ ਨਾ ਕੜਕਦੀ, ਉਹਦਾ ਦੇਵਤਾ ਇੰਦਰ। ਪਹਿਲੇ ਵਾਲੇ ਸਮੇਂ ਦੇ ਇਹ ਦੇਵਤੇ, ਇਹਨਾਂ ਦਾ ਇੰਪੋਰਟੈਂਸ, ਇਹਨਾਂ ਦਾ ਮਹੱਤਵ ਹੁਣ ਘੱਟ ਗਿਆ ਤੇ ਹੁਣ ਇਸ ਸਮੇਂ ਫਿਰ ਤਿੰਨ ਭਗਵਾਨ ਜ਼ਿਆਦਾ ਉੱਭਰ ਕੇ ਆਏ। ਇੱਕ ਜੀ ਪੈਦਾ ਕਰਨ ਵਾਲਾ, ਅਸੀਂ ਸਿੰਪਲ ਆਪਣੀ ਆਮ ਭਾਸ਼ਾ 'ਚ ਕਹਿ ਦਈਏ ਤੇ ਕਹਿ ਸਕਦੇ ਹਾਂ ਜੀ ਬ੍ਰਹਮਾ ਵਿਸ਼ਨੂੰ ਮਹੇਸ਼। ਪਰ ਇਹਨਾਂ ਦੀ ਟੈਕਨੀਕਲ ਸ਼ਬਦ ਆਪਾਂ ਦੇਖ ਲਈਏ, ਬ੍ਰਹਮਾ ਨੂੰ ਇੱਥੇ ਕਿਹਾ ਗਿਆ ਪ੍ਰਜਾਪਤੀ, ਪੈਦਾ ਕਰਨ ਵਾਲਾ ਪ੍ਰਜਾਪਤੀ। ਵਿਸ਼ਨੂੰ ਪਾਲਣਹਾਰ, ਰਖਵਾਲੀ ਕਰਨ ਵਾਲਾ, ਪਾਲਣਹਾਰ ਵਿਸ਼ਨੂੰ। ਤੇ ਤੀਸਰਾ ਮਹੇਸ਼ ਨੂੰ ਕਿਹਾ ਗਿਆ ਰੁਦਰ, ਸ਼ਿਵਾ, ਰੁਦਰ ਮਤਲਬ ਸੰਹਾਰਕ, ਅੰਤ ਕਰਨ ਵਾਲਾ, ਸੰਘਾਰ ਕਰਨ ਵਾਲਾ। ਇਹ ਜ਼ਿਆਦਾ ਮੰਨੇ ਜਾਣ ਲੱਗੇ। ਹੁਣ ਇਹ ਤਿੰਨ ਭਗਵਾਨ ਜ਼ਿਆਦਾ ਮੰਨੇ ਜਾਣ ਲੱਗੇ, ਠੀਕ ਹੈ ਨਾ, ਇਹ ਯਾਦ ਰੱਖਣਾ। ਇਸ ਤਰ੍ਹਾਂ ਹੀ ਗੱਲ ਚੱਲਦੀ ਆ। ਬਾਅਦ ਵਿੱਚ ਅਸੀਂ ਪੜ੍ਹਾਂਗੇ ਕਿ ਸ਼ਕਤੀ ਕਲਟ ਜ਼ਿਆਦਾ ਆ ਗਿਆ, ਸ਼ਕਤੀ ਮਾਤਾ ਨੂੰ ਜ਼ਿਆਦਾ ਪੂਜਣ ਲੱਗੇ। ਇਸ ਤਰ੍ਹਾਂ ਸਮੇਂ ਹਿਸਾਬ ਨਾਲ ਕੀ ਹੈ, ਤੁਹਾਡੇ ਆਸਥਾ ਦੇ ਭਗਵਾਨਾਂ ਦੀ ਇੰਪੋਰਟੈਂਸ ਵੀ ਬਦਲ ਜਾਂਦੀ ਰਹੀ ਆ। ਅੱਗੇ ਦੇਖਦੇ ਜੀ। ਬਲੀਦਾਨ ਅਜੇ ਵੀ ਮਹੱਤਵ ਰੱਖਦੇ ਸਨ ਅਤੇ ਇਹਨਾਂ ਨਾਲ ਜੁੜੇ ਕਿਰਿਆ ਕਰਮ ਹੋਰ ਜ਼ਿਆਦਾ ਵਿਸਤ੍ਰਿਤ ਹੋ ਗਏ। ਬਲੀਦਾਨ, ਸੈਕਰੀਫਾਈਸਸ, ਬਲੀਆਂ ਦੇਣੀਆਂ।
ਇਹ ਪਹਿਲਾਂ ਦਿੱਤੀਆਂ ਜਾਂਦੀਆਂ ਸਨ ਤੇ ਹੁਣ ਵੀ ਬਰਕਰਾਰ ਰਹੀਆਂ, ਸਗੋਂ ਹੋਰ ਵੱਧ ਗਈਆਂ ਤੇ ਇਹਨਾਂ ਨਾਲ ਜੁੜੇ ਕਿਰਿਆ ਕਰਮ ਵੀ ਹੋਰ ਜ਼ਿਆਦਾ ਵੱਧ ਗਏ ਤੇ ਐਲੈਬੋਰੇਟ ਹੋ ਗਏ, ਵਿਸਤ੍ਰਿਤ ਹੋ ਗਏ। ਇਹ ਜਿਹੜਾ ਸੋਚ ਕੇ ਦੇਖੋ ਕਿਉਂ? ਐਕਚੁਅਲੀ ਇਹਦੇ ਵਿੱਚ ਨਾ ਇਸ ਸਾਰੀਆਂ ਰਸਮਾਂ ਵਿੱਚ ਜਿਹੜਾ ਸੀ ਪੁਰੋਹਿਤ, ਉਹਨੂੰ ਕਾਫੀ ਗਿਫਟ ਵਗੈਰਾ ਮਿਲਦੇ ਸੀ ਤੇ ਉੱਤੋਂ ਜਿਹੜਾ ਰਾਜਾ ਸੀ ਉਹਨੂੰ ਵੀ ਇਸ ਗੱਲ ਦਾ ਰਹਿੰਦਾ ਸੀ ਕਿ ਹਾਂ ਵੀ ਕਿ ਮੇਰਾ ਨਾਮ ਹੋਵੇ, ਠੀਕ ਹੈ ਨਾ। ਉਹ ਹੁਣ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਸੀ, ਜ਼ਿਆਦਾ ਕਰਵਾਉਣ ਲੱਗ ਗਏ ਸੀ। ਤੇ ਧਰਮ ਦੀ ਗੱਲ ਅਸੀਂ ਪੜ੍ਹ ਰਹੇ ਹਾਂ ਕਿ ਹੁਣ ਕੀ ਆ, ਇਸ ਦੇ ਨਾਲ ਬਲਿਦਾਨ ਨਾਲ ਸੰਬੰਧਿਤ ਕਿਰਿਆ ਕਰਮ ਹੋਰ ਜ਼ਿਆਦਾ ਵਿਸਤ੍ਰਿਤ ਹੋ ਗਏ ਸਨ ਤੇ ਪ੍ਰਾਰਥਨਾ ਦਾ ਮਹੱਤਵ ਘਟ ਗਿਆ। ਪਹਿਲਾਂ ਪ੍ਰਾਰਥਨਾ ਕੀਤੀ ਜਾਂਦੀ ਸੀ ਵੀ ਹੇ ਅਗਨੀ ਦੇਵਤਾ, ਹੇ ਵਰੁਣ ਦੇਵਤਾ, ਸਾਨੂੰ ਨਾ ਆਹ ਦੇ। ਪਰ ਹੁਣ ਕੀ ਆ, ਪ੍ਰਾਰਥਨਾਵਾਂ ਉੱਤੇ ਫੋਕਸ ਘਟ ਗਿਆ ਤੇ ਬਲੀਦਾਨ ਜਾਂ ਬਲੀਆਂ ਦੇਣ ਦਾ ਮਹੱਤਵ ਵੱਧ ਗਿਆ ਤੇ ਮੰਤਰ ਉਚਾਰਨ ਹੁੰਦਾ ਸੀਗਾ, ਪ੍ਰਾਰਥਨਾ ਘੱਟ ਕਰਨੀ, ਕਿਸੇ ਨੂੰ ਇੰਨਾ ਸਮਝ ਨਹੀਂ ਲੱਗਣੀ ਤੇ ਆਹੀ ਕਿਰਿਆ ਕਰਮ, ਬਲੀਆਂ ਵਗੈਰਾ ਦੇਣਾ, ਗਿਫਟ ਵਗੈਰਾ ਲੈਣਾ ਦੇਣਾ, ਇਹ ਚੀਜ਼ਾਂ ਵੱਧ ਗਈਆਂ। ਪੁਜਾਰੀ ਇੱਕ ਧੰਦਾ ਬਣ ਗਿਆ ਅਤੇ ਇਹ ਧੰਦਾ ਵੀ ਪਿਤਾ ਪੁਰਖੀ ਹੋ ਗਿਆ ਸੀ, ਪਿਤਾ ਪੁਰਖੀ, ਹੈਰੀਡਿਟਰੀ। ਹੁਣ ਪੁਜਾਰੀ ਕੀ ਆ, ਇੱਕ ਧੰਦਾ ਬਣ ਗਿਆ, ਧੰਦਾ ਦਕਸ਼ਨਾ ਵਗੈਰਾ ਲੈਣ ਦਾ, ਗਿਫਟ ਵਗੈਰਾ ਲੈਣ ਦਾ, ਤੇ ਇਹ ਵੀ ਕੀ ਆ, ਪਿਤਾ ਪੁਰਖੀ, ਹੈਰੀਡਿਟਰੀ। ਕੋਈ ਬਾਹਰਲਾ ਬੰਦਾ ਹੁਣ ਪੁਜਾਰੀ ਨਹੀਂ ਬਣ ਸਕਦਾ ਸੀ, ਪਰਿਵਾਰ ਦਾ ਪੁਜਾਰੀ, ਪਰਿਵਾਰ ਦਾ ਬੰਦਾ ਹੀ ਅੱਗੇ ਪੁਜਾਰੀ ਬਣ ਸਕਦਾ ਸੀ। ਹੁਣ ਇਹ ਨਾ ਇਹਨਾਂ ਦੀ ਸਿਚੁਏਸ਼ਨ ਨਾ, ਇਹਨਾਂ ਦੀ ਜਿਹੜੀ ਹੈ ਉਹ, ਇਹਨਾਂ ਦਾ ਮਹੱਤਵ ਕਹਿ ਲਓ, ਇਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਸਮਾਜ ਵਿੱਚ ਰੁਤਬਾ, ਉਹ ਬਹੁਤ ਵਧਣ ਲੱਗ ਗਿਆ ਪੁਜਾਰੀ ਦਾ। ਪੁਜਾਰੀ ਬਹੁਤ ਡੋਮੀਨੈਂਟ ਹੋਣ ਲੱਗ ਗਏ ਸੀ ਹੁਣ। ਤੇ ਇਸੇ ਕਰਕੇ ਨਾ ਪੁਜਾਰੀਆਂ ਖਿਲਾਫ ਫਿਰ ਬਾਅਦ ਵਿੱਚ ਉਹ ਹੋਇਆ, ਰਿਵੋਲਟ ਹੋਇਆ। ਜਨਤਾ ਨੇ ਕੁਐਸਚਨ ਕੀਤਾ, ਰਿਐਕਸ਼ਨ ਕੀਤਾ ਇਹ ਸਭ ਚੀਜ਼ਾਂ ਨੂੰ ਵੀ ਕੀ ਤੁਸੀਂ ਕਰਮ ਕਾਂਡਾਂ ਜਨਤਾ ਨੂੰ ਲਾਇਆ ਆ, ਕੀ ਤੁਸੀਂ ਜਾਗੀ ਕਰਾਈ ਜਾਂਦੇ ਆ, ਠੀਕ ਹੈ ਨਾ। ਤਾਂ ਫਿਰ ਜੈਨ ਤੇ ਬੁੱਧ ਦੋ ਖਾਸ ਸੰਪਰਦਾਵਾਂ ਹੋਂਦ ਵਿੱਚ ਆਈਆਂ ਸੀ। ਬਲੀਦਾਨ ਨਾਲ ਜੁੜੇ ਕਰਮ ਕਾਂਡ ਇੰਨੇ ਵੱਧ ਗਏ ਸਨ ਕਿ ਇਸ ਸਮੇਂ ਦੇ ਅੰਤ ਤੱਕ, ਮਤਲਬ 1600 ਈਸਾ ਪੂਰਵ ਤੱਕ, ਇਹਨਾਂ ਸਭ ਕਰਮ ਕਾਂਡ ਅਤੇ ਪੁਜਾਰੀ ਦੇ ਪ੍ਰਭਾਵੀ ਰੁਤਬੇ ਦੇ ਖਿਲਾਫ ਪ੍ਰਤੀਕਰਮ ਹੋਣ ਲੱਗਾ। ਬੈਠਾ ਬੈਠਾ ਪੁਜਾਰੀ ਕਿੰਨਾ ਅਮੀਰ ਹੋ ਰਿਹਾ ਸੀਗਾ, ਉਹਨੂੰ ਕਾਫੀ ਡੋਮੀਨੈਂਟ ਰੋਲ ਪੋਜੀਸ਼ਨ ਉਹਨੂੰ ਹਾਸਲ ਹੋ ਰਹੀ ਸੀ ਤੇ ਇਹ ਸਾਰੇ ਕਰਮ ਕਾਂਡ, ਇਹ ਸਭ ਚੀਜ਼ਾਂ ਨੂੰ ਜਨਤਾ ਨੇ ਫਿਰ ਪ੍ਰਸ਼ਨ ਕਰਨਾ ਸ਼ੁਰੂ ਕੀਤਾ। ਜਨਤਾ ਨੇ ਕਹਿ ਲਈਏ ਜਾਂ ਸੁਧਾਰਕਾਂ ਨੇ, ਤਾਂ ਇਹਨਾਂ ਪ੍ਰਤੀ ਕੀ ਹੋਇਆ, ਪ੍ਰਤੀਕਰਮ। ਇਸੇ ਪ੍ਰਤੀਕਰਮ ਵਜੋਂ ਜੈਨ ਅਤੇ ਬੁੱਧ ਧਰਮ ਹੋਂਦ ਵਿੱਚ ਆਏ। ਦੇਖੋ ਈਸਾ ਤੋਂ 600 ਸਾਲ ਪਹਿਲਾਂ ਹੈ ਦੇ ਕਰੀਬ ਇੱਕਦਮ ਜੈਨ, ਬੁੱਧ ਤੇ ਹੋਰ ਸੰਪਰਦਾਵਾਂ ਹੋਂਦ ਵਿੱਚ ਆਉਂਦੀਆਂ ਆ। ਤੇ ਮੇਨ ਗੱਲ ਕੀ ਸੀ, ਜੋ ਸਮਾਜ ਵਿੱਚ ਹੋ ਰਿਹਾ ਉਹਦਾ ਪ੍ਰਤੀਕਰਮ। ਇੱਥੋਂ ਤੱਕ ਕਿ ਉਪਨਿਸ਼ਦਾਂ ਦੇ ਲੇਖਕ ਵੀ, ਯਾਦ ਕਰੋ ਉਪਨਿਸ਼ਦ ਕੀ ਸੀ, ਫਿਲੋਸਫੀਕਲ ਟੈਕਸਟ। ਅਸੀਂ ਕੀ ਆ, ਆਤਮਾ ਕੀ ਆ, ਪਰਮਾਤਮਾ ਕੀ ਆ, ਸਾਡਾ ਏਮ ਕੀ ਆ ਜ਼ਿੰਦਗੀ ਵਿੱਚ, ਇਹ ਸਾਰੇ ਜਿਹੜੇ ਸੀ ਵੇਦ ਦੇ ਅੰਤ ਵਿੱਚ ਲਿਖੇ ਗਏ ਸੀ, ਇਸ ਲਈ ਇਹਨਾਂ ਨੂੰ ਵੇਦਾਂਤ ਵੀ ਕਹਿੰਦੇ ਆ। ਤੇ ਉਪਨਿਸ਼ਦਾਂ ਦੇ ਲੇਖਕ ਵੀ ਕਰਮ ਕਾਂਡਾਂ ਤੋਂ ਦੂਰ ਹੋਣ ਲੱਗੇ ਅਤੇ ਉਹਨਾਂ ਨੇ ਸ਼ਾਂਤੀ ਅਤੇ ਮੁਕਤੀ ਲਈ ਅਸਲ ਗਿਆਨ ਤੇ ਬਲ ਦਿੱਤਾ। ਅਸਲ ਗਿਆਨ, ਠੀਕ ਹੈ ਨਾ, ਟਰੂ ਨੌਲੇਜ, ਉਹਦੇ ਉੱਤੇ ਫੋਕਸ ਕਰੋ, ਕਰਮ ਕਾਂਡ ਤੋਂ ਦੂਰ ਰਹੇ। ਇਹ ਪ੍ਰਸ਼ਨ ਆ ਜਾਣਾ ਕਿ ਉਪਨਿਸ਼ਦਾਂ ਵਿੱਚ ਕਰਮ ਕਾਂਡਾਂ ਦੀ ਗੱਲ ਕੀਤੀ ਆ ਕਿ ਕਰਮ ਕਾਂਡ ਉੱਤੇ ਜ਼ੋਰ ਦਿੱਤਾ? ਨਹੀਂ, ਇਹਨਾਂ ਨੇ ਕਿਹਾ ਕਰਮ ਕਾਂਡਾਂ ਤੋਂ ਦੂਰ ਰਹੋ। ਤਾਂ ਜੇ ਤੁਸੀਂ ਮੁਕਤੀ ਲੈਣੀ ਆ, ਮੋਕਸ਼ ਲੈਣਾ ਆ, ਸ਼ਾਂਤੀ, ਪੀਸ ਆਫ ਮਾਈਂਡ ਚਾਹੀਦਾ, ਤਾਂ ਅਸਲ ਗਿਆਨ ਤੇ ਬਲ ਦਿੱਤਾ। ਉਹ ਪਰਮਾਤਮਾ ਬਾਰੇ ਟਰੂ ਨੌਲੇਜ ਲਓ, ਜੋ ਕਿ ਉਪਨਿਸ਼ਦਾਂ ਵਿੱਚ ਦੱਸੀ ਗਈ ਹੈ ਟਰੂ ਨੌਲੇਜ ਕੀ ਆ, ਠੀਕ ਹੈ ਜੀ। ਇਸੇ ਨਾਲ ਹੀ ਇਹ ਚੈਪਟਰ ਖਤਮ ਹੁੰਦਾ ਜੀ। ਅਗਲੀ ਕਲਾਸ ਵਿੱਚ ਇੱਕ ਨਵਾਂ ਚੈਪਟਰ ਲੈ ਕੇ ਆਵਾਂਗੇ। ਅੱਜ ਲਈ ਇੰਨਾ ਹੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।